ਜੀ ਅਸੀਂ ਤਾਂ ਰਾਜਨੀਤੀ ਕਰਨ ਵਾਸਤੇ ਉਤਰੇ ਨਹੀਂ। ਜਿਹੜੇ ਲੋਕ ਰਾਜਨੀਤੀ ਕਰ ਰਹੇ ਨੇ ਉਹਨਾਂ ਨੇ ਸਿਰਫ ਹੁਣ ਤੱਕ ਬਣਾਇਆ ਕੀ ਹੋਇਆ ਕਿ ਵੋਟਾਂ ਲੈ ਕੇ ਜਨਤਾ ਦੇ ਵਿੱਚ ਪਾੜ ਪਾ ਕੇ ਰਾਜ ਕਰੋ। ਅਸੀਂ ਤੇ ਜਿਸ ਮਕਸਦ ਵਾਸਤੇ ਉੱਤੇ ਆ ਕਿ ਆਪਣੇ ਜਿਹੜੇ ਪੰਜਾਬ ਦੇ ਮੇਨ ਮੁੱਦੇ ਹੈਗੇ ਆ ਉਹ ਚੁੱਕਾਂਗੇ। ਮੈਂ ਇੱਕ ਉਦਾਹਰਨ ਦਿੰਦਾ, ਇੱਕ ਅਸੀਂ ਗਲੀ 'ਚ ਵੜ ਜਾਂਦੇ ਆ ਨਾ, ਜੇ ਉੱਥੇ 10 ਘਰ ਆ ਤੇ ਸਾਨੂੰ ਉਹ 5 ਘਰ ਕਹਿੰਦੇ ਨੇ ਕਿ ਰੁਕੋ, ਚਾਹ ਪਾਣੀ ਲੰਗਰ ਪਾਣੀ ਛਕ ਕੇ ਫਿਰ ਅੱਗੇ ਜਾਣਾ। ਧੱਕੇ ਨਾਲ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਨੇ। ਪਰ ਜਿਹੜੇ ਸਾਡੇ ਪੁਰਾਣੇ ਰਵਾਇਤੀ ਲੀਡਰ ਨੇ ਇਹਨਾਂ ਨੂੰ ਤਾਂ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਸਤਿ ਸ਼੍ਰੀ ਅਕਾਲ, ਮੈਂ ਹਾਂਜੀ ਪੰਜਾਬ ਟੂਡੇ ਤੋਂ ਤੇ ਤੁਹਾਡਾ ਸਾਰਿਆਂ ਦਾ ਪੰਜਾਬ ਟੂਡੇ ਚੈਨਲ ਤੇ ਸਵਾਗਤ। ਤੇ ਅੱਜ ਪੰਜਾਬ ਅੰਦਰ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਗੁਰਦਾਸਪੁਰ ਵਿਖੇ ਗੁਰਦਾਸਪੁਰ ਤੋਂ ਜਿਹੜੇ ਸਾਂਝੇ ਉਮੀਦਵਾਰ ਨੇ ਕਿਸਾਨ ਸੰਘਰਸ਼ ਪਾਰਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਉਮੀਦਵਾਰ ਸ਼੍ਰੀ ਇੰਦਰਪਾਲ ਸਿੰਘ ਬੈਂਸ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨਾਲ ਗੱਲਬਾਤ ਕਰਨ ਆਏ ਹਾਂ। ਤੇ ਇੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ 'ਤੇ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਸੀਂ ਇਹੀ ਜਵਾਬ ਦੱਸੋ ਕਿ ਕਿਵੇਂ ਚੱਲ ਰਹੀ ਰਾਜਨੀਤੀ, ਕਿਵੇਂ ਤੁਸੀਂ ਪਿੰਡਾਂ 'ਚ ਪ੍ਰਚਾਰ ਕਰ ਰਹੇ ਹੋ, ਕਿਵੇਂ ਦਾ ਤੁਹਾਨੂੰ ਜਿਹੜਾ ਰਿਸਪੌਂਸ ਮਿਲ ਰਿਹਾ? ਜੀ ਅਸੀਂ ਤਾਂ ਰਾਜਨੀਤੀ ਕਰਨ ਵਾਸਤੇ ਉਤਰੇ ਨਹੀਂ। ਜਿਹੜੇ ਲੋਕ ਰਾਜਨੀਤੀ ਕਰ ਰਹੇ ਨੇ ਉਹਨਾਂ ਨੇ ਸਿਰਫ ਹੁਣ ਤੱਕ ਬਣਾਇਆ ਕੀ ਹੋਇਆ ਕਿ ਵੋਟਾਂ ਲੈ ਕੇ ਜਨਤਾ ਦੇ ਵਿੱਚ ਪਾੜ ਪਾ ਕੇ ਰਾਜ ਕਰੋ। ਅਸੀਂ ਤੇ ਜਿਸ ਮਕਸਦ ਵਾਸਤੇ ਉੱਤੇ ਆ ਕਿ ਆਪਣੇ ਜਿਹੜੇ ਪੰਜਾਬ ਦੇ ਮੇਨ ਮੁੱਦੇ ਹੈਗੇ ਆ ਉਹ ਚੁੱਕਾਂਗੇ, ਔਰ ਨਾਲ ਦੀ ਨਾਲ ਆਪਣੇ ਹੱਕ ਦੀ ਆਵਾਜ਼ ਵਾਸਤੇ ਲੋਕਾਂ ਦੇ ਸਾਥ ਲੈ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਗੱਲ ਕਰਾਂਗੇ। ਰਾਜਨੀਤੀ ਕਰਨ ਵਾਸਤੇ ਇਹ ਪੁਰਾਣੇ 70 ਸਾਲ ਤੋਂ ਸਾਡੇ ਰਾਜਨੇਤਾ ਕਰ ਹੀ ਰਹੇ ਨੇ, ਔਰ ਇਹਨਾਂ ਨੇ ਦੇਸ਼ ਦਾ ਕੀ ਹਾਲ ਕਰ ਦਿੱਤਾ। ਔਰ ਪਿਛਲੇ ਸਮੇਂ ਦੇ ਵਿੱਚ ਵੀ ਸਭ ਤੋਂ ਪਹਿਲਾਂ ਤਾਂ ਕਰੋਨਾ ਆਇਆ। ਕਰੋਨਾ ਤੋਂ ਬਾਅਦ ਕੀ ਹਾਲ ਸੀਗੇ ਸਾਡੇ ਇੱਕ ਮਜ਼ਦੂਰ ਵਰਗ ਦੇ ਜਾਂ ਇੱਕ ਵਪਾਰੀ ਵਰਗ ਦੇ, ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਕਿਸ ਤਰ੍ਹਾਂ ਸਾਡਾ ਕਾਰੋਬਾਰ ਵੀ ਛੁੱਟ ਗਿਆ, ਕਾਰੋਬਾਰ ਦੇ ਵਿੱਚ ਵੱਡਾ ਲੋਸ ਹੋਇਆ। ਸਾਡੇ ਜਿਹੜੇ ਭਰਾ ਹੈਂਡ ਟੂ ਮਾਊਥ ਨੇ ਉਹਨਾਂ ਨੇ ਕਈਆਂ ਨੇ ਸੁਸਾਈਡ ਵੀ ਕਰ ਲਿਆ। ਇੱਦਾਂ ਦੀਆਂ ਕਈ ਘਟਨਾਵਾਂ ਬਾਅਦ ਵਿੱਚ ਆਈਆਂ, ਇਹ ਸਿਰਫ ਉਹਨਾਂ ਰਾਜਨੀਤੀਆਂ ਦੀਆਂ ਗਲਤ ਨੀਤੀਆਂ ਕਰਕੇ। ਇੰਦਰਪਾਲ ਜੀ, ਤੁਸੀਂ ਆਪਣੇ ਜਦੋਂ ਕਿਸਾਨਾਂ ਦੀ ਜਥੇਬੰਦੀ ਹੈ ਮੁੱਢਲੇ ਤੌਰ 'ਤੇ ਜਦੋਂ ਤੁਸੀਂ ਮਤਲਬ ਕਿਸਾਨਾਂ ਦੇ ਮੰਗਾਂ ਨਾਲ ਜੁੜਨਾ ਸ਼ੁਰੂ ਕੀਤਾ, ਉਦੋਂ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਜਥੇਬੰਦੀ ਨਾਲ ਜੁੜੇ ਸੀ? ਜੀ ਨਹੀਂ, ਅਸੀਂ ਤੇ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਆ ਉਦੋਂ ਹੀ ਇਸ ਇੱਕ ਆਪਣੀ ਪਹਿਲਾਂ ਤਾਂ ਸਾਡੀ ਇੱਕ ਸਮਾਜ ਸੇਵਾ ਸੰਸਥਾ ਸੀ, ਉਹੋ ਹੀ ਕੰਮ ਕਰਦੇ ਸੀ। ਔਰ ਉਸੇ ਸਮਾਜ ਸੇਵਾ ਸੰਸਥਾ ਨੇ ਹੀ ਇੱਕ ਆਪਣਾ ਸਾਰੇ ਪਿੰਡਾਂ ਦੇ ਵਿੱਚੋਂ ਆਪਣੇ ਨੌਜਵਾਨਾਂ ਨੂੰ ਇਕੱਠਿਆਂ ਕੀਤਾ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ, ਕਾਨੂੰਨਾਂ ਦੇ ਬਾਰੇ ਵਿਚਾਰ ਕੀਤੀ। ਉਸ ਤੋਂ ਬਾਅਦ ਆਪਾਂ ਜਦੋਂ ਚੰਗੀ ਤਰ੍ਹਾਂ ਪੜ੍ਹਿਆ ਵਿਚਾਰਿਆ, ਫਿਰ ਉਹਨਾਂ ਨੂੰ ਦੱਸਿਆ ਵੀ ਇਹ ਕਿੰਨੇ ਕਾਨੂੰਨ ਮਾਰੂ ਨੇ। ਫਿਰ ਅਸੀਂ ਇੱਕ ਰੈਲੀ ਰੱਖੀ, ਉੱਥੇ ਨੌਜਵਾਨਾਂ ਨੇ ਵੱਡਾ ਸਾਥ ਦਿੱਤਾ। ਉਸ ਤੋਂ ਬਾਅਦ ਫਿਰ ਸਾਨੂੰ ਸਾਰੇ ਹੀ ਨੌਜਵਾਨਾਂ ਨੇ ਇਹ ਗੱਲ ਦੇ ਉੱਤੇ ਸਹਿਮਤੀ ਦਿੱਤੀ ਕਿ ਤੁਸੀਂ ਅਗਵਾਈ ਕਰੋ। ਅਸੀਂ ਸਾਰੇ ਪਹਿਲਾਂ ਵੀ ਤੁਹਾਡਾ ਸਾਥ ਦਿੰਦੇ ਰਹੇ ਹਾਂ, ਹੁਣ ਵੀ ਅੱਗੇ ਦੇਵਾਂਗੇ, ਆਪਣੀ ਲੜਾਈ ਲੜਾਂਗੇ। ਸਿਰਫ ਕਿ ਉਹਨਾਂ ਨੇ ਚਿਹਰਾ ਮੈਨੂੰ ਬਣਾ ਕੇ ਪੇਸ਼ ਕੀਤਾ। ਅਸੀਂ ਤੇ ਕਿਸਾਨ ਜਥੇਬੰਦੀਆਂ ਨੇ ਪਹਿਲੀ ਆਪਾਂ ਰੈਲੀ ਪੁੱਡਾ ਗਰਾਊਂਡ ਦੇ ਵਿੱਚ ਕਰਾਈ ਸੀਗੀ 25 ਸਤੰਬਰ 2020 ਨੂੰ, ਔਰ ਉਹਦੇ ਵਿੱਚ ਨਰੋਲ ਨੌਜਵਾਨਾਂ ਦਾ 2,500 ਤੋਂ 3,000 ਦਾ ਇਕੱਠ ਹੋਇਆ ਸੀਗਾ। ਉੱਥੋਂ ਹੀ ਫਿਰ ਸਾਡੇ ਨੌਜਵਾਨਾਂ ਦੇ ਵਿੱਚ ਜੋਸ਼ ਵੱਜਾ ਤੇ ਅਸੀਂ ਇਸ ਪਾਸੇ ਨੂੰ ਤੁਰੇ। ਔਰ ਜਥੇਬੰਦੀ ਸਾਡੀ ਆਪਣੀ ਰਜਿਸਟਰਡ ਕਰਵਾਈ ਹੋਈ ਆ, ਸਾਡਾ ਪੰਜਾਬ ਫੈਡਰੇਸ਼ਨ। ਉਹਦੇ ਵਿੱਚ ਅਸੀਂ ਜਿੱਥੇ ਹੱਕ ਦੀ ਗੱਲ ਕਰਦੇ ਹਾਂ, ਨਾਲ ਸਮਾਜ ਸੇਵਾ ਦੇ ਵੀ ਕੰਮ ਕਰਦੇ ਹਾਂ। ਪਰ ਜਿੱਦਾਂ ਅੰਦੋਲਨ ਦੇ ਵਿੱਚ ਅਸੀਂ ਵਿਚਰਦੇ ਗਏ, ਫਿਰ ਗੁਰਨਾਮ ਸਿੰਘ ਚੜੂਨੀ ਜੀ ਦੇ ਅਸੀਂ ਅਗਵਾਈ ਕਬੂਲ ਕੀਤੀ ਆ, ਕਿਉਂਕਿ ਇਹ ਇੱਕ ਉਹ ਲੀਡਰ ਨੇ ਜਿਹੜੇ ਜੋ ਹੋਸ਼ ਵੀ ਰੱਖਦੇ ਨੇ, ਜੋਸ਼ ਵੀ ਰੱਖਦੇ ਨੇ, ਔਰ ਜਿੰਨੀ ਸਾਡੀ ਉਮਰ ਆ ਇਹਨਾਂ ਦਾ ਸੰਘਰਸ਼ ਦਾ ਤਜਰਬਾ ਆ। ਔਰ ਇੱਕ ਇਹੋ ਹੀ ਲੀਡਰ ਅਸੀਂ ਦੇਖੇ ਨੇ ਜਿਨ੍ਹਾਂ ਦਾ ਸਰਕਾਰ ਦੇ ਉੱਤੇ ਕੋਈ ਪ੍ਰੈਸ਼ਰ ਦਬਦਬਾ ਹੁੰਦਾ ਇਹਨਾਂ ਦੀ ਕਹੀ ਗੱਲ ਦਾ। ਨਹੀਂ ਤਾਂ ਬਹੁਤੇ ਸਾਡੇ ਕਿਸਾਨ ਲੀਡਰ ਵੀ ਮੈਂ ਕਹਿ ਸਕਦਾ ਕਿ ਇੱਦਾਂ ਦੇ ਨੇ ਵੀ ਜਿਹੜੇ ਢਿੱਲਾ ਐਕਸ਼ਨ ਰੱਖਦੇ ਆ, ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਨਹੀਂ ਕਰ ਪਾਉਂਦੇ, ਜੋ ਪਿੱਛੇ ਵੀ ਅਸੀਂ ਦੇਖਣ ਨੂੰ ਦੇਖਿਆ ਆ। ਬਟ ਹੁਣ ਅਸੀਂ ਤੇ ਜੋ ਹੈਗੀ ਆ ਗੁਰਨਾਮ ਸਿੰਘ ਚੜੂਨੀ ਜੀ ਦੀ ਜੋ BKU ਚੜੂਨੀ ਆ, ਉਹਨਾਂ ਦੇ ਨਾਲ ਹੀ ਅਸੀਂ ਰਲ ਕੇ ਆਪਣਾ ਉਹਨਾਂ ਨੂੰ ਸਪੋਰਟ ਕਰਦੇ ਹਾਂ ਪੰਜਾਬ ਦੇ ਵਿੱਚੋਂ, ਅਤੇ ਉਹਨਾਂ ਦੀ ਅਗਵਾਈ ਵਿੱਚ ਹੀ ਅਸੀਂ ਇਸ ਅੰਦੋਲਨ ਦੇ ਵਿੱਚ ਵੀ ਵਿਚਰੇ ਹਾਂ। ਹੁਣ ਤਾਂ ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਆਪਣੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਪੂਰੀ ਜੋਸ਼ ਸ਼ੋਰ ਨਾਲ ਚੱਲ ਰਹੀ ਸ਼ਾਇਦ। ਅਤੇ ਹੁਣ ਪਿੰਡਾਂ ਵਿੱਚ ਜਾ ਕੇ ਤੁਹਾਨੂੰ ਮਤਲਬ ਜਿਵੇਂ ਕਿਸਾਨ ਅੰਦੋਲਨ ਦੌਰਾਨ ਪਿੰਡਾਂ 'ਚ ਉਤਸ਼ਾਹ ਸੀ ਕਿਸਾਨਾਂ ਦੇ ਅੰਦੋਲਨ ਪ੍ਰਤੀ, ਕਿ ਪਿੰਡਾਂ ਵਿੱਚ ਜਾਂਦੇ ਜਦੋਂ ਤੁਸੀਂ ਉਹੋ ਜਿਹਾ ਉਤਸ਼ਾਹ ਨਜ਼ਰ ਆਉਂਦਾ ਕਿਤੇ? ਜੀ ਵੇਖੋ, ਪਿੰਡਾਂ ਵਿੱਚ ਜਾਂਦੇ ਆ, ਮੈਂ ਇੱਕ ਉਦਾਹਰਨ ਦਿੰਦਾ, ਇੱਕ ਅਸੀਂ ਗਲੀ 'ਚ ਵੜ ਜਾਂਦੇ ਆ ਨਾ, ਜੇ ਉੱਥੇ 10 ਘਰ ਆ ਤੇ ਸਾਨੂੰ ਉਹ 5 ਘਰ ਕਹਿੰਦੇ ਨੇ ਕਿ ਰੁਕੋ, ਚਾਹ ਪਾਣੀ ਲੰਗਰ ਪਾਣੀ ਛਕ ਕੇ ਫਿਰ ਅੱਗੇ ਜਾਣਾ। ਧੱਕੇ ਨਾਲ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਨੇ। ਪਰ ਜਿਹੜੇ ਸਾਡੇ ਪੁਰਾਣੇ ਰਵਾਇਤੀ ਲੀਡਰ ਨੇ ਇਹਨਾਂ ਨੂੰ ਤਾਂ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਨਹੀਂ ਤਾਂ ਤੁਸੀਂ ਇਹਨਾਂ ਨੂੰ ਇੱਕ ਉਦਾਹਰਨ ਪੁੱਛੋ
ਇਹ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗਦੇ ਆ ਵੀ ਅਸੀਂ ਡਿਵੈਲਪਮੈਂਟ ਕਰਾਤੀ, ਬੜੇ ਬੜੇ ਦਾਅਵੇ ਕਰਦੇ ਵੀ ਅਸੀਂ ਆਹ ਕੰਮ ਨਾ ਕਰਾਵੇ ਤੇ ਰਾਜਨੀਤੀ ਛੱਡ ਦਿਆਂਗੇ। ਹੁਣ ਛੱਡ ਦਿਓ ਰਾਜਨੀਤੀ, ਲੋਕ ਤੁਹਾਨੂੰ ਸਰਬਸੰਮਤੀ ਕਿਉਂ ਨਹੀਂ ਦੇ ਦਿੰਦੇ ਜੇ ਇੰਨੀ ਤੁਹਾਡੀ ਡਿਵੈਲਪਮੈਂਟ ਦੇ ਨਾਲ ਉਹ ਸਹਿਮਤ ਹੈਗੇ ਨੇ? ਹੁਣ ਕਿਉਂ ਲੋਕਾਂ ਦੇ ਉੱਤੇ ਜਾ ਕੇ ਤੁਸੀਂ ਦਬਕੇ ਮਾਰ ਰਹੇ ਹੋ, ਕਿਉਂ ਉਹਨਾਂ ਤੇ ਦਬਾਅ ਬਣਾ ਰਹੇ ਹੋ, ਕਿਉਂ ਪਰਚੀਆਂ ਦਾ ਡਰ ਦੇ ਰਹੇ ਹੋ? ਇਹ ਸਾਰੀਆਂ ਗੱਲਾਂ ਇੱਕ ਵਾਰੀ ਪੁੱਛੋ। ਔਰ ਸਭ ਤੋਂ ਵੱਡੀ ਗੱਲ, ਇਹਨਾਂ ਕਿਤੇ ਤੁਸੀਂ ਬੈਠੋਗੇ ਇਹਨਾਂ ਨੂੰ ਇੱਕ ਸਵਾਲ ਕਰਿਓ ਵੀ ਇਸ ਵੇਲੇ ਵੋਟਰ ਸਾਇਲੈਂਟ ਕਿਉਂ ਹੋ ਗਿਆ? ਨਹੀਂ ਤਾਂ ਉਹ ਹਮੇਸ਼ਾ ਜੇ ਇਹਨਾਂ ਨੇ ਵਿਕਾਸ ਕਰਾਇਆ ਤੇ ਉਹ ਵਿਕਾਸ ਦੇ ਪੱਖ 'ਚ ਕਿਉਂ ਨਹੀਂ ਬੋਲ ਰਿਹਾ? ਹੁਣ ਵੋਟਰ ਸਾਇਲੈਂਟ ਹੋਣ ਦਾ ਕਾਰਨ ਕੀ ਆ? ਇਹ ਸਵਾਲ ਮੇਰੇ ਵੱਲੋਂ ਇੱਕ ਜ਼ਰੂਰ ਰੱਖਿਓ ਇਹਨਾਂ ਦੇ ਅੱਗੇ। ਇੱਕ ਜਿਵੇਂ ਮਤਲਬ ਕਿਸਾਨ ਮੋਰਚੇ ਦੇ ਦੌਰਾਨ ਜਦੋਂ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਸਾਰਿਆਂ 'ਚ ਕਿਸਾਨ ਮੋਰਚੇ ਨੂੰ ਦੀ ਸਪੋਰਟ ਮਿਲ ਰਹੀ ਸੀ ਲੋਕਾਂ ਨੂੰ ਸਾਰਿਆਂ ਨੂੰ, ਕਿ ਉਦੋਂ ਜੇ ਆਪਾਂ ਉੱਥੇ ਬੈਠੇ ਬੈਠੇ ਜਾਂ ਉੱਥੋਂ ਚਰੋਨੀ ਸਾਹਿਬ ਨੇ ਜਿਵੇਂ ਬਣਾ ਲਈ ਸੀਗੀ ਜਥੇਬੰਦੀ ਇਲੈਕਸ਼ਨ 'ਚ ਪਾਰਟੀਸਪੇਟ ਕਰਨ ਵਾਸਤੇ, ਸਾਰੀਆਂ ਜਥੇਬੰਦੀਆਂ ਜੇ ਇਕੱਠੀਆਂ ਹੀ ਉਹਨਾਂ ਉਸ ਵੇਲੇ ਪਾਰਟੀ ਬਣਾ ਕੇ ਤੇ ਇਲੈਕਸ਼ਨ ਲੜਨ ਦਾ ਜਿਹੜਾ ਐਲਾਨ ਕਰ ਦਿੰਦੀਆਂ, ਤੇ ਕੀ ਉਹਦਾ ਆਪਾਂ ਨੂੰ ਜ਼ਿਆਦਾ ਫਾਇਦਾ ਨਹੀਂ ਸੀ ਹੋਣਾ? ਜੀ ਦੇਖੋ, ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਆਪੋ ਆਪਣੀ ਵਿਚਾਰਧਾਰਾ ਆ। ਜੋ ਚੜੂਨੀ ਸਾਹਿਬ ਨੇ ਪਾਰਟੀ ਦੇ ਅੰਦੋਲਨ ਮੁੱਕਣ ਤੋਂ ਬਾਅਦ ਹੀ ਕਰਵਾਈ ਆ, ਪਰ ਪਹਿਲਾਂ ਅਸੀਂ ਇਸ ਗੱਲ ਦਾ ਦੱਸ ਦਿੱਤਾ ਸੀਗਾ ਵੀ ਆਉਣ ਵਾਲਾ ਸਮਾਂ ਸਾਡਾ ਕੀ ਹੋਊਗਾ, ਵੀ ਜੇ ਇਹ ਕਾਨੂੰਨ ਰੱਦ ਹੋ ਵੀ ਜਾਂਦੇ ਆ ਪਰ ਉਹ ਜਿਹੜੇ ਸਾਡੀ ਪਹਿਲਾਂ ਵਰਗੀ ਸਥਿਤੀ ਜਿਹੜੀ ਹੈਗੀ ਆ ਉਹ ਤੇ ਕਿਸਾਨਾਂ ਦੀ ਫਿਰ ਵੀ ਰਹੇਗੀ। ਤਾਂ ਕਰਕੇ ਚੜੂਨੀ ਸਾਹਿਬ ਜੀ ਨੇ ਇਹ ਗੱਲ ਚੁੱਕੀ ਸੀ ਵੀ ਜੇ ਅਸੀਂ ਇਸ ਤੋਂ ਅੱਗੇ ਹੁਣ ਆਮ ਲੋਕਾਂ ਦੀ ਗੱਲ, ਮਜ਼ਦੂਰ, ਵਪਾਰੀ ਵਰਗ, ਦੁਕਾਨਦਾਰ ਦੇ ਕਿਸਾਨ ਦੀ ਗੱਲ ਜੇ ਆਪਾਂ ਵਿਧਾਨ ਸਭਾ 'ਚ ਕਰਨੀ ਆ ਤੇ ਸਾਨੂੰ ਉਸ ਕੁਰਸੀ ਤੱਕ ਵਿਧਾਨ ਸਭਾ ਦੇ ਅੰਦਰ ਸਾਡੇ ਆਪਣੇ ਕਿਸਾਨ ਨੁਮਾਇੰਦੇ ਜਾਂ ਮਜ਼ਦੂਰ ਦੁਕਾਨਦਾਰ ਦੇ ਨੁਮਾਇੰਦੇ ਭੇਜਣੇ ਚਾਹੀਦੇ ਨੇ। ਵੀ ਸਾਡਾ ਹੱਲ ਇਹੋ ਹੀ ਆ ਵੀ ਹੁਣ ਜਿਹੜੀ ਜਿਹੜੀ ਜਗ੍ਹਾ ਤੇ ਬਹਿ ਕੇ ਇਹ ਕਾਨੂੰਨ ਬਣਾਏ ਜਾਂਦੇ ਆ, ਰਣਨੀਤੀਆਂ ਤੈਅ ਕੀਤੀਆਂ ਜਾਂਦੀਆਂ, ਹੁਣ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਅਸੀਂ ਆਪਣੇ ਵਿਚਾਰ ਰੱਖੀਏ, ਉਹ ਕਲਮ ਨੂੰ ਆਪਣੇ ਹੱਥ ਵਿੱਚ ਲਈਏ ਤੇ ਇਦਾਂ ਦੇ ਕਾਨੂੰਨ ਬਣਾਈਏ ਵੀ ਜਿਹੜੇ ਇੱਕ ਆਮ ਵਰਗ ਦੇ ਹੱਕ ਵਿੱਚ ਹੋਣਗੇ, ਜਿਹਦੇ ਵਿੱਚ ਇਹ ਵੱਡੇ ਪੱਧਰ ਤੇ ਸਾਡੇ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਉਹ ਸਾਡੀਆਂ ਵੋਟਾਂ ਲੈ ਕੇ ਵਿਧਾਨ ਸਭਾ ਦੇ ਅੰਦਰ ਪਹੁੰਚਦੇ ਜਾਂਦੀਆਂ ਨੇ, ਪਰ ਕਿਤੇ ਵੀ ਆਮ ਬੰਦੇ ਦੀ ਗੱਲ ਨਹੀਂ ਕਰਦੀਆਂ। ਇਹ ਸਿਰਫ ਇੱਕ ਚੜੂਨੀ ਸਾਹਿਬ ਨੇ ਸੰਕੇਤ ਦਿੱਤੇ ਸੀ ਆਉਣ ਵਾਲੇ ਸਮੇਂ ਦੇ ਵੀ ਅੰਦੋਲਨ ਮੁੱਕਣ ਤੋਂ ਬਾਅਦ ਸਾਡੀ ਸਥਿਤੀ ਤੇ ਉਹ ਹੀ ਰਹੂਗੀ ਜਿਹੜੀ ਪਹਿਲਾਂ ਰਹੂਗੀ, ਪਹਿਲਾਂ ਸੀਗੀ। ਕਾਨੂੰਨਾਂ ਤੋਂ ਪਹਿਲਾਂ ਵਾਰੀ ਉਦੋਂ ਵੀ ਸਾਡਾ ਕਿਸਾਨ ਸੁਸਾਈਡ ਕਰਦਾ ਸੀਗਾ, ਉਦੋਂ ਵੀ ਸਾਡੀ ਫਸਲਾਂ ਦੇ ਮੁਆਵਜ਼ੇ ਨਹੀਂ ਮਿਲਦੇ, ਕਈ ਨੁਕਸਾਨ ਸਾਨੂੰ ਝੇਲਣੇ ਪੈਂਦੇ ਸੀ, ਪਰ ਇਹ ਰੀਡਰ ਸਾਡੀਆਂ ਗੱਲਾਂ ਨਹੀਂ ਸੀ ਕਰਦੇ। ਇਸ ਕਰਕੇ ਇਹ ਹੱਲ ਇੱਕ ਦੱਸਿਆ ਸੀਗਾ ਵੀ ਅਗਲਾ ਕਦਮ ਸਾਡਾ ਇਹ ਹੋਏਗਾ। ਆਪਣੇ ਇੰਦਰਪਾਲ ਜੀ, ਤੁਸੀਂ ਇਹ ਦੱਸਿਓ ਕਿ ਤੁਸੀਂ ਰੋਜ਼ਾਨਾ ਚੋਣ ਪ੍ਰਚਾਰ ਲਈ ਜਾ ਰਹੇ ਹੋ ਪਿੰਡਾਂ ਪਿੰਡਾਂ 'ਚ, ਤੇ ਤੁਸੀਂ ਜਦੋਂ ਆਪਣੇ ਲੋਕਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ, ਤੁਹਾਨੂੰ ਕਿਉਂ ਵੋਟਾਂ ਦੇਣ? ਇਹ ਤੁਹਾਨੂੰ ਸਵਾਲ ਮੈਂ ਪੁੱਛ ਰਿਹਾ ਵੀ ਤੁਹਾਨੂੰ ਕਿਉਂ ਵੋਟਾਂ ਦੇਣ? ਜੀ ਵੋਟਾਂ, ਇਹ ਤੇ ਪਹਿਲਾਂ ਤੇ ਇਹ ਗੱਲ ਆ ਕਿ ਇਹ ਤੇ ਇੱਕ ਹਰੇਕ ਉਸ ਸੰਘਰਸ਼ੀ ਦੀ ਮੰਗ ਆ ਵੀ ਸਾਡੇ ਕਿਸਾਨ ਲੀਡਰ ਰਾਜਨੀਤੀ ਦੇ ਵਿੱਚ ਆਉਣ ਤੇ ਅਸੀਂ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ। ਪਹਿਲਾਂ ਤੇ ਲੋਕਾਂ ਦੀ ਆਵਾਜ਼ ਆ ਤੇ ਵੋਟਾਂ ਸਾਨੂੰ ਕਿਉਂ ਦੇਣ? ਹਾਂ, ਇਹ ਗੱਲ ਬਿਲਕੁਲ ਸਹੀ ਆ। ਵੇਖੋ, ਜੇ ਅਸੀਂ ਬਿਨਾਂ ਕਿਸੇ ਪਾਵਰ ਤੋਂ ਸਿਰਫ ਇੱਕੇ ਵਿੱਚ ਰਹਿ ਕੇ ਦਰੀ ਦੇ ਉੱਤੇ ਬਹਿ ਕੇ ਆਪਣੇ ਹੱਕ ਲੈ ਸਕਦੇ ਹਾਂ ਤੇ ਕੀ ਅਸੀਂ ਵਿਧਾਨ ਸਭਾ ਦੇ ਵਿੱਚ ਜੇ ਅੰਦਰ ਪਹੁੰਚ ਗਏ ਤੇ ਫਿਰ ਅਸੀਂ ਆਪਣੀ ਉੱਥੇ ਕੀ ਨਹੀਂ ਕਰ ਸਕਦੇ? ਤੇ ਦੂਸਰੀ ਗੱਲ, ਜਿਹੜੇ ਬੰਦੇ ਸਾਡੇ ਡਿਵੈਲਪਮੈਂਟ ਦੀ ਗੱਲ ਕਰਦੇ ਆ, ਇਹਨਾਂ ਨੇ ਅੱਜ ਤੱਕ ਤੇ ਸਾਡੇ ਪਿੰਡਾਂ ਦੇ ਵਿੱਚ ਕਿਤੇ ਵੀ ਕੱਚੇ ਜਿਹੜੀਆਂ ਛੱਤਾਂ ਹੈਗੀਆਂ ਉਹਨਾਂ ਨੂੰ ਤਾਂ ਪੱਕੇ ਕਰਵਾ ਨਹੀਂ ਸਕੇ। ਜੇ ਇੱਕ ਗਰੀਬ ਪਰਿਵਾਰ ਆ ਜਿਹੜਾ ਮਜ਼ਦੂਰੀ ਕਰਦਾ, ਉਹ ਆਪਣੀ ਸਿਰ ਦੀ ਛੱਤ ਨਹੀਂ ਪੱਕੀ ਕਰਵਾ ਸਕਦਾ ਤੇ ਫਿਰ ਇਹ ਉਹਨਾਂ ਦੇ ਬਾਰੇ ਕਿਉਂ ਨਹੀਂ ਸੋਚਦੇ? ਸਿਰਫ ਗਲੀਆਂ ਨਾਲੀਆਂ ਦੇ ਕਿਉਂ ਡਿਵੈਲਪਮੈਂਟ ਦੇ ਉੱਤੇ ਜ਼ੋਰ ਦਿੱਤਾ ਹੋਇਆ ਇਹਨਾਂ ਨੇ? ਜਦ ਤੁਸੀਂ ਆਪਣੇ ਉੱਥੇ ਲੋਕਾਂ ਨੂੰ ਸੰਬੋਧਨ ਕਰਦੇ ਹੋ ਤੇ ਕੀ ਮੁੱਦੇ ਕਿਹੜੇ ਠਾ ਰਹੇ ਹੋ ਤੁਸੀਂ? ਜੀ ਸਭ ਤੋਂ ਪਹਿਲਾਂ ਤਾਂ ਸਾਡਾ ਮੁੱਦਾ ਹੁੰਦਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਪਰਚੀਆਂ ਦੀ ਰਾਜਨੀਤੀ ਚੱਲਦੀ ਆ ਉਹਨੂੰ ਖਤਮ ਕੀਤਾ ਜਾਊਗਾ। ਜਿਹੜਾ ਸਾਡਾ ਆਪਸੀ ਭਾਈਚਾਰਾ ਵੰਡ ਕੇ ਇਹ ਵੋਟਾਂ ਕਿੱਦਾਂ ਲੈਂਦੇ ਨੇ, ਪਿੰਡਾਂ ਦੇ ਵਿੱਚ ਪਾੜ ਪਾ ਕੇ ਰੱਖਦੇ, ਇਹ ਕ੍ਰਿਸਚਨ ਹੈ, ਮੁਸਲਿਮ ਹੈ, ਹਿੰਦੂ ਹੈ, ਸਿੱਖ ਆ, ਉਹਨਾਂ ਦੀਆਂ ਵੋਟਾਂ ਲੈਣੀਆਂ ਸੌਖੀਆਂ ਹੋ ਜਾਂਦੀਆਂ ਨੇ। ਪਰ ਅਸੀਂ ਜੋ ਅੰਦੋਲਨ ਦੇ ਵਿੱਚ ਸਿੱਖਿਆ ਔਰ ਜਿਹਦੇ ਵਿੱਚ ਅਸੀਂ ਕਾਮਯਾਬ ਰਹੇ ਹਾਂ ਵੀ ਅਸੀਂ ਆਪਣਾ ਆਪਸੀ ਭਾਈਚਾਰਾ ਕਾਇਮ ਕੀਤਾ। ਔਰ ਪਿੰਡਾਂ ਵਿੱਚ ਵੀ ਕਹਿੰਦੇ ਆ ਕਿ ਜੇ ਇੱਕ ਭਰਾ ਕਿਸੇ ਅਕਾਲੀ ਨਾਲ ਜੁੜਿਆ, ਇੱਕ ਕਾਂਗਰਸੀ ਨਾਲ ਜੁੜਿਆ, ਤੀਜਾ ਕਿਸੇ ਨਾਲ ਜੁੜਿਆ, ਉਹ ਤਿੰਨੇ ਆਪਸ 'ਚ ਨਹੀਂ ਬੋਲਦੇ ਪਰ ਹੁੰਦੇ ਤੇ ਭਰਾ ਹੀ ਨੇ। ਤੇ ਫਿਰ ਉਹ ਸਾਰਾ ਆਪਸੀ ਭਾਈਚਾਰਾ ਕਾਇਮ ਕਰੋ, ਇੱਕ ਥਾਂ 'ਤੇ ਇਕੱਠੇ ਹੋਵੋ। ਔਰ ਦੂਸਰੀ ਗੱਲ ਜਿਹੜੀ ਹੈਗੀ ਆ, ਅਸੀਂ ਇੱਕ ਗੱਲ ਇਹਦਾ ਵਿਸ਼ਵਾਸ ਦੇ ਰਹੇ ਹਾਂ ਵੀ ਜਿਹੜਾ ਪਿੰਡਾਂ ਦੀ ਪੰਚਾਇਤ ਦਾ ਰਾਜ ਖਤਮ ਕਰ ਦਿੱਤਾ ਗਿਆ, ਲੋਕਤੰਤਰ ਦਾ ਵੱਡੇ ਪੱਧਰ ਤੇ ਘਾਣ ਹੋ ਰਿਹਾ, ਉਹ ਪੰਚਾਇਤੀ ਰਾਜ ਨੂੰ ਲਾਗੂ ਕੀਤਾ ਜਾਊਗਾ। ਔਰ ਚੌਥੀ ਗੱਲ, ਅਸੀਂ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕੇ ਦੇ ਵੋਟਰਾਂ ਦੇ ਨਾਲ, ਆਮ ਨਾਗਰਿਕ ਨਾਲ ਵਾਅਦਾ ਕਰਦਾ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਨੇ, ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਹੀ ਉਹਨਾਂ ਦੇ ਕਰਾਂਗੇ। ਸਾਡੇ ਹਰੇਕ ਮਜ਼ਦੂਰ ਦੇ ਸਿਰ ਦੇ ਉੱਤੇ ਛੱਤ ਪੱਕੀ ਹੋਊਗੀ। ਔਰ ਦੂਸਰੀ ਗੱਲ ਨਾਲ ਇਸ ਗੱਲ ਦਾ ਵਿਸ਼ਵਾਸ ਦਿੰਦੇ ਆ, ਚਾਹੇ ਸਰਕਾਰ ਆਵੇ ਚਾਹੇ ਨਾ ਆਵੇ, ਚਾਹੇ ਮੈਂ ਇਕੱਲਾ ਵਿਧਾਨ ਸਭਾ ਦੇ ਵਿੱਚ ਜਾਵਾਂ, ਜਿਹੜੇ ਵੀ ਸਾਡੇ ਭਰਾ ਕੋਈ ਮਜ਼ਦੂਰੀ ਕਰਦਾ ਆ ਜਾਂ ਕਿਸੇ ਆਪਣੇ ਸਰੀਰਕ ਤੋਂ ਅਪੰਗ ਆ
ਤੇ ਉਹਦੀ ਜਿੰਨੇ ਵੀ ਆ ਰਾਸ਼ਨ ਪਾਣੀ ਦਾ ਜ਼ਿੰਮੇਵਾਰੀ ਸਾਡੀ ਹੋਊਗੀ ਵੀ ਅਸੀਂ ਉਹਦੀ ਜ਼ਿੰਮੇਵਾਰੀ ਚੁੱਕਾਂਗੇ ਵੀ ਉਹਨੂੰ 3 ਟਾਈਮ ਦੀ ਰੋਟੀ ਜ਼ਰੂਰ ਉਹਦੇ ਘਰ ਪਹੁੰਚੇਗੀ। ਤੇ ਤੁਸੀਂ ਆਪਣੇ ਜਦੋਂ ਜਾਂਦੇ ਹੋ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ, ਤੇ ਬਾਕੀ ਪਾਰਟੀਆਂ ਦੇ ਜੋ ਰਵਾਇਤੀ ਪਾਰਟੀਆਂ ਦਾ ਕੇਡਰ ਹੈਗਾ ਅੱਗੇ, ਤੁਹਾਡੇ ਫਿਰ ਜਿਹੜੇ ਮੀਟਿੰਗਾਂ ਜਾਂ ਰੈਲੀਆਂ ਉੱਥੇ ਕੌਣ ਫਿਰ ਤੁਹਾਡੇ ਕੇਡਰ ਉੱਥੇ ਹੈ ਕੋਈ ਨਹੀਂ, ਨਾ ਤਾਂ ਨੁਮਾਇੰਦਾ ਪਿੰਡਾਂ ਵਿੱਚ, ਉਹ ਫਿਰ ਕੌਣ ਅਰੇਂਜ ਕਰਦਾ ਉੱਥੇ? ਕਿਹੜੇ ਲੋਕ ਜਿਹੜੇ ਨੌਜਵਾਨ ਕਰਦੇ ਆ ਜਾਂ ਕੌਣ ਕਰਦੇ ਉੱਥੇ? ਜੀ ਸਾਡੀ ਕਿਸਾਨ ਬ੍ਰਿਗੇਡ ਕਰਦੇ ਆ ਜੀ ਸਾਰੇ ਆਰਗੇਨਾਈਜ਼। ਕਿਸਾਨ ਬ੍ਰਿਗੇਡ ਤੋਂ ਮਤਲਬ ਕਿ ਉਹਦੇ ਵਿੱਚ ਸਾਡੇ ਕਿਸਾਨ ਭਰਾ ਵੀ ਨੇ, ਮਜ਼ਦੂਰ ਵੀ ਨੇ, ਦੁਕਾਨਦਾਰ ਵੀ ਨੇ ਔਰ ਆਮ ਵਰਗ ਵੀ ਆ। ਔਰ ਸਭ ਤੋਂ ਵੱਡਾ ਇਸ ਵੇਲੇ ਜੋ ਨੌਜਵਾਨ ਉਤਰਿਆ ਹੋਇਆ ਇਸ ਰਾਜਨੀਤੀ ਦੇ ਵਿੱਚ ਬਦਲਾਅ ਵਾਸਤੇ, ਕਿਉਂਕਿ ਨੌਜਵਾਨਾਂ ਨੂੰ ਇਸ ਗੰਦੇ ਸਿਸਟਮ ਦੇ ਕਰਕੇ ਆਪਣਾ ਦੇਸ਼ ਛੱਡਣਾ ਪੈ ਰਿਹਾ। ਕਰੋਨਾ ਦੇ ਵਿੱਚ ਬੜੀਆਂ ਘਟਨਾਵਾਂ ਇਦਾਂ ਦੀਆਂ ਹੋਈਆਂ ਨੇ ਵੀ ਸਾਡੇ ਨੌਜਵਾਨ ਭਰਾ ਬੱਚੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਰਹੇ ਨੇ ਔਰ ਪਿੱਛੇ ਉਹਨਾਂ ਦਾ ਕੋਈ ਜੀ ਚੱਲ ਗਿਆ ਔਰ ਉਹਨਾਂ ਦਾ ਮੂੰਹ ਵੇਖਣਾ ਤੱਕ ਨਸੀਬ ਨਹੀਂ ਹੋਇਆ। ਇਹ ਕਿਉਂ? ਸਿਰਫ ਇੱਕ ਗੰਦੇ ਸਿਸਟਮ ਕਰਕੇ, ਬੇਰੁਜ਼ਗਾਰੀ ਕਰਕੇ, ਵੀ ਜਿਹੜਾ ਇੱਥੋਂ ਦਾ ਸਿਸਟਮ ਅਸੀਂ ਠੀਕ ਨਹੀਂ ਕਰ ਪਾਏ। ਤੁਸੀਂ ਕੀ ਸਮਝਦੇ ਹੋ ਤੁਹਾਡੇ ਜਿਹੜੇ ਵਿਰੋਧੀ ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਤੇ ਉਹਨਾਂ ਵਿੱਚੋਂ ਤੁਸੀਂ ਕੀ ਸਮਝਦੇ ਹੋ ਵੀ ਤੁਹਾਡਾ ਜਿਹੜਾ ਮੁਕਾਬਲਾ ਕਿਹੜੇ ਉਮੀਦਵਾਰ ਨਾਲ? ਜੀ ਸਾਡਾ ਮੁਕਾਬਲਾ ਤਾਂ ਕਿਸੇ ਦੇ ਨਾਲ ਵੀ ਨਹੀਂ, ਕਿਉਂਕਿ ਜਿਹੜਾ ਅਸੀਂ ਸੰਘਰਸ਼ ਜਿੱਤਿਆ ਲੋਕਾਂ ਦੇ ਏਕੇ ਦੇ ਨਾਲ, ਆਪਸੀ ਵਿਸ਼ਵਾਸ, ਭਾਈਚਾਰੇ, ਪਿਆਰ ਦੇ ਨਾਲ, ਉਹਦੇ ਵਿੱਚ ਸਾਰੇ ਰਾਜਨੀਤਿਕ ਦੇ ਲੀਡਰ ਦੀ ਕਿਤੇ ਲੱਭੇ ਨਹੀਂ। ਨਹੀਂ, ਵੋਟਾਂ ਦੀ ਰਾਜਨੀਤੀ ਆ ਗਏ ਨਾ, ਹੁਣ ਦੂਜੇ ਨੰਬਰ 'ਤੇ ਬੰਦਾ ਕੋਈ ਆਏਗਾ ਨਾ। ਸੈਕਿੰਡ ਕੌਣ ਹੋਇਆ? ਤੁਸੀਂ ਆ ਕੇ ਜਿੱਤ ਕੇ। ਦੂਜੇ ਨੰਬਰ 'ਤੇ ਭਾਵੇਂ ਕਾਫੀ ਪਿੱਛੇ ਰਹਿ ਗਿਆ ਹੋਵੇ, ਦੂਜੇ ਨੰਬਰ 'ਤੇ ਕੌਣ ਹੋਏਗਾ? ਸਾਡੀ ਸਿਰਫ ਇੱਕੋ ਇੱਕ ਲੜਾਈ ਹੈ ਇਸ ਕਰਪਸ਼ਨ ਦੇ ਨਾਲ। ਔਰ ਲੋਕਾਂ ਨੂੰ ਇਸ ਵੇਲੇ ਸਾਡੇ ਰਾਜਨੀਤਿਕ ਲੀਡਰ ਕੀ ਸਮੱਸਿਆ ਖੜੀ ਕਰ ਰਹੇ ਆ ਕਿ ਸ਼ਰਾਬ ਪਿਆ ਕੇ ਖਰੀਦ ਲਓ, ਪੈਸਿਆਂ ਦੇ ਨਾਲ ਖਰੀਦ ਲਓ, ਔਰ ਆਪਣਾ ਦਬਦਬਾ ਜੋ ਪਿਛਲੇ ਇਹਨਾਂ ਦਾ ਚੱਲਦਾ ਆਇਆ ਉਹਦੇ ਨਾਲ, ਆਪਣੀ ਧੌਂਸ ਦੇ ਨਾਲ ਸਾਰੇ ਕੰਮ ਕਰਵਾ ਰਹੇ ਆ। ਪਰ ਇਸ ਵੇਲੇ ਲੋਕ ਜਾਗਰੂਕ ਹੋ ਚੁੱਕੇ ਨੇ, ਲੋਕ ਇਹਨਾਂ ਨੂੰ ਖੁਦ ਪਛਾੜ ਕੇ ਪਿੱਛਿਆਂ ਕਰ ਦੇਣਗੇ। ਇਹ ਸਮਾਂ ਬਹੁਤਾ ਦੂਰ ਨਹੀਂ ਰਹਿ ਗਿਆ, 15 ਕੁ ਦਿਨ ਦੀ ਗੱਲ ਰਹਿ ਗਈ ਆ। ਔਰ ਉਸ ਤੋਂ ਬਾਅਦ ਹੁਣ ਮੈਂ ਇੱਕ ਸਵਾਲ ਤੁਹਾਨੂੰ ਤਾਂ ਹੀ ਕੀਤਾ ਸੀ ਵੀ ਵੋਟਰ ਸਾਇਲੈਂਟ ਕਿਉਂ ਆ? ਉਹ ਸਾਇਲੈਂਟ ਹੋਣ ਦਾ ਕਾਰਨ ਇਹੋ ਹੀ ਆ ਵੀ ਲੋਕ ਇਹਨਾਂ ਨੂੰ ਨਕਾਰ ਚੁੱਕੇ ਆ ਔਰ ਇਹਨਾਂ ਨੂੰ ਵੀ ਪਤਾ ਨਹੀਂ ਤੇ ਇਹ ਸਾਡੇ ਖਿਲਾਫ ਪਿੰਡਾਂ 'ਚ ਜਾ ਕੇ ਕੀ ਬੋਲਣ। ਹੁਣ ਤਾਂ ਰਵਾਇਤੀ ਪਾਰਟੀਆਂ ਦੇ ਕੁਝ ਆਗੂ ਹੈਗੇ ਜਿਹੜੇ ਸਾਡੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਕੀ ਕਹਿਣਗੇ ਵੀ ਇਹ ਕਾਨੂੰਨ ਸੰਘਰਸ਼ ਦੇ ਵਿੱਚ ਲੜੇ ਤੇ ਕਾਨੂੰਨ ਕਿਉਂ ਰੱਦ ਕਰਾ ਦਿੱਤੇ? ਸਾਡੀ ਕੀ ਉੱਥੇ ਸਾਡੇ ਦੇ ਵਿੱਚ ਕੀ ਇਹ ਗਲਤੀਆਂ ਕੱਢਣਗੇ? ਇਹਨਾਂ ਦੇ ਵਿੱਚ ਤੇ 50 ਗਲਤੀਆਂ ਕੱਢਣ ਵਾਲੀਆਂ ਨੇ। ਕਰਪਸ਼ਨ ਕਿੱਡੇ ਵੱਡੇ ਪੱਧਰ ਦੀ ਕੀਤੀ ਆ। ਕਰੋਨਾ ਦੇ ਵਿੱਚ ਡਿਵੈਲਪਮੈਂਟ ਦੇ ਨਾਂ 'ਤੇ ਕੀਤਾ ਕੀ ਇਹਨਾਂ ਨੇ ਹੁਣ ਤੱਕ? ਸਾਡੇ ਜ਼ਿਲ੍ਹੇ ਦੇ ਹਸਪੀਟਲ ਦੇ ਵਿੱਚ ਸਿਰਫ 2 ਵੈਂਟੀਲੇਟਰ ਨੇ, ਜਿੱਥੇ ਦਾਅਵਾ ਕਰਦੇ ਕਿ ਅਸੀਂ 100 ਬੈੱਡ ਨੂੰ ਮੈਡੀਕਲ ਕਾਲਜ ਬਣਾਉਣ ਜਾ ਰਹੇ ਹਾਂ, ਪਰ ਉੱਥੇ ਵੈਂਟੀਲੇਟਰ ਦੀ ਸਹੂਲਤ ਦੀ ਕਿਤੇ ਹੈ ਨਹੀਂ। ਪਿਛਲੇ 2 ਸਾਲਾਂ ਦੇ ਵਿੱਚ ਕਿਤੇ ਆਕਸੀਜਨ ਪਲਾਂਟ ਨਹੀਂ ਲੱਗਾ। ਤੇ ਜਿਹੜੇ ਰਮਨ ਬਹਿਲ ਜੀ ਇਸ ਵੇਲੇ ਗੱਲ ਕਰਦੇ ਆ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾ ਦਿਓ, ਪਰ ਜਦੋਂ ਪਿਛਲੇ 5 ਸਾਲ ਸੱਤਾ ਦੇ ਵਿੱਚ ਸੀ ਔਰ ਐਸਐਸ ਬੋਰਡ ਦੇ ਚੇਅਰਮੈਨ ਸੀ, ਉਦੋਂ ਉਹਨਾਂ ਨੇ ਪਿੰਡ ਆਪਣੇ ਹਲਕੇ ਦੇ ਵਿੱਚ ਨੌਕਰੀਆਂ ਕਿਉਂ ਨਹੀਂ ਦਿੱਤੀਆਂ? ਔਰ ਇਹਨਾਂ ਦਾ ਪਿਛੋਕੜ ਫੋਲ ਕੇ ਦੇਖ ਲਓ ਵੀ ਇਹਨਾਂ ਦੇ 4 ਸਾਲ ਪਿਤਾ ਜੀ ਖੁਸ਼ਹਾਲ ਬਹਿਲ ਜੀ ਇੱਥੇ ਐਮਐਲਏ ਰਹੇ ਨੇ ਗੁਰਦਾਸਪੁਰ 'ਚ ਔਰ ਸਿੱਖਿਆ ਮੰਤਰੀ ਵੀ ਰਹੇ ਨੇ। ਪੰਜਾਬ ਦਾ ਸਭ ਤੋਂ ਵੱਡਾ ਘੁਟਾਲਾ, ਐਮਬੀਡੀ ਘੁਟਾਲਾ, ਤਕਰੀਬਨ 300 ਕਰੋੜ ਦਾ, ਉਹ ਇਹਨਾਂ ਦੇ ਸਿਰਾ ਵੱਜਦਾ ਕਰਨ ਦਾ। ਇਹ ਇਹਨਾਂ ਦਾ ਪਿਛੋਕੜ ਆ। ਤੇ ਹੁਣ ਇਹ ਕਿਉਂ ਕਹਿੰਦੇ ਨੇ ਕਿ ਸਾਨੂੰ ਵੋਟਾਂ ਦੁਬਾਰਾ ਪਾਓ ਤੇ ਅਸੀਂ ਸੱਤਾ ਵਿੱਚ ਆ ਕੇ ਤੇ ਤੁਹਾਡਾ ਡਿਵੈਲਪਮੈਂਟ ਕਰਾਵਾਂਗੇ, ਜਦੋਂ ਪਿਛਲੇ 5 ਸਾਲ 2017 ਤੋਂ 22 ਤੱਕ ਇੱਕ ਸਾਡੇ ਕੋਲ ਬਰਿੰਦਰਮੀਤ ਸਿੰਘ ਪਾੜਾ ਕਾਂਗਰਸੀ ਐਮਐਲਏ ਸੀ ਔਰ ਦੂਸਰੀ ਇੱਕ ਕੈਬਨਿਟ ਮੰਤਰੀ ਤੋਂ ਵੀ ਵੱਡਾ ਅਹੁਦਾ ਰਮਨ ਬਹਿਲ ਜੀ ਕੋਲ ਸੀਗਾ। ਔਰ ਕੀ ਗੱਲ ਇਹ 2 ਜਣੇ ਰਲ ਕੇ ਆਪਣੇ ਇਕੱਲੇ ਗੁਰਦਾਸਪੁਰ ਦਾ ਵਿਕਾਸ ਨਹੀਂ ਸੀ ਕਰਾ ਸਕਦੇ? ਤੇ ਭਾਈ ਦੱਸੋ ਕਿ ਜਿਹੜਾ ਸਥਾਨਕ ਵਿਧਾਇਕ ਨੇ ਗੁਰਦਾਸਪੁਰ ਦੇ ਬਰਿੰਦਰਮੀਤ ਸਿੰਘ ਪਾੜਾ, ਉਹਨਾਂ ਦੀ, ਜਿਵੇਂ ਤੁਸੀਂ ਗੁਰਦਾਸਪੁਰ ਸ਼ਹਿਰ 'ਚ ਰਹਿ ਰਹੇ ਹੋ, ਤੁਸੀਂ ਦੇਖਦੇ ਹੋ ਕੀ ਕਰ ਆ ਰਹੇ ਨੇ, ਤੁਹਾਡਾ ਹਲਕਾ ਵੀ ਉਹੀ, ਉਹਨਾਂ ਦਾ ਹਲਕਾ ਵੀ ਉਹੀ ਹੈ, ਕਿ ਉਹਨਾਂ ਦੀ ਜਿਹੜੀ 5 ਸਾਲ ਦੀ ਕਾਰਗੁਜ਼ਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਿ 5 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਮੈਂ ਉਹੀ ਸਵਾਲ ਕਰਦਾ ਵੀ ਉਹਦੇ ਵਿੱਚ 2 ਸਾਲ ਦੇ ਕਰੋਨਾ ਨੇ ਕੱਢ ਦਿੱਤੇ ਤੇ ਇਹਨਾਂ ਦੀ ਕੀ ਗੱਲ? ਸਾਡੇ ਜ਼ਿਲ੍ਹੇ ਦੇ ਵਿੱਚ 3 ਕੈਬਨਿਟ ਮੰਤਰੀ ਸੀ, ਤ੍ਰਿਪਤ ਬਾਜਵਾ ਜੀ, ਸੁਖਜਿੰਦਰ ਰੰਧਾਵਾ ਜੀ, ਅਰਨਾ ਚੌਧਰੀ ਜੀ, ਔਰ ਨਾਲ ਐਸਐਸ ਬੋਰਡ ਦੇ ਚੇਅਰਮੈਨ ਤੇ ਐਮਐਲਏ ਸਾਰੇ ਵੱਖਰੇ। ਇਹ ਸਾਰੇ ਜਾਣੇ ਇੱਕ ਵੀ ਆਕਸੀਜਨ ਦਾ ਪਲਾਂਟ 10 ਦਿਨ ਇਹਨਾਂ ਨੇ ਆਪਣੇ ਜ਼ਿਲ੍ਹੇ ਨੂੰ ਦਿੱਤਾ ਹੋਵੇ। 2 ਸਾਲ ਦਾ ਸਮਾਂ ਤੋਂ ਵੱਧ ਰਿਹਾ ਇਹ ਕਰੋਨਾ ਦਾ। ਔਰ ਕਰੋਨਾ ਦੇ ਵਿੱਚ ਸਾਡੀ ਮੁੱਢਲੀ ਸਹੂਲਤ ਇਹੋ ਹੀ ਰਹਿੰਦੀ ਆ, ਪਤਾ ਆ ਕਿ ਸਾਨੂੰ ਇਹਦੇ ਵਿੱਚ ਆਕਸੀਜਨ ਦੀ ਕਮੀ ਆਊਗੀ, ਪਰ ਉੱਥੇ ਕੀ ਕੀਤਾ ਗਿਆ? ਕੀ ਇਹ ਡਿਵੈਲਪਮੈਂਟ ਹੈ ਕਿ ਇੱਕ ਸ਼ਹਿਰ ਦੇ ਵਿੱਚੋਂ ਬੱਸ ਸਟੈਂਡ ਨੂੰ ਚੁੱਕ ਕੇ ਬਾਹਰ ਲੈ ਜਾਓ ਔਰ ਲੋਕਾਂ ਦੇ ਉੱਤੇ ਵਾਧੂ ਬੋਝ ਪਾ ਦਿਓ ਜਿਹੜੇ ਆਮ ਮਜ਼ਦੂਰ ਵਰਗ ਹੈਗੇ ਨੇ? ਕੀ ਇਹਨੂੰ ਅਸੀਂ ਡਿਵੈਲਪਮੈਂਟ ਕਹਿੰਦੇ ਵੀ ਸਿਰਫ ਇੱਕ ਅੰਡਰ ਬ੍ਰਿਜ ਬਣਾ ਦਿਓ? ਕੀ ਉੱਥੇ ਪਹਿਲਾਂ ਸੜਕ ਨਹੀਂ ਸੀ ਹੈਗੀ, ਉੱਥੋਂ ਦੀ ਲੰਘਣ ਵਾਸਤੇ ਰਸਤਾ ਨਹੀਂ ਸੀ? ਇਸ ਤੋਂ ਬਾਅਦ ਇਹਨਾਂ ਨੇ ਇੰਡਸਟਰੀ ਕਿਹੜੀ ਲੈ ਕੇ ਆਉਂਦੀ ਹੈ ਸਾਡੇ ਗੁਰਦਾਸਪੁਰ ਵਾਸਤੇ? ਔਰ ਰੋਜ਼ਗਾਰ ਕਿਹੜਾ ਦਿੱਤਾ ਆ? ਹੁਣ ਇਹ ਫਾਰਮ ਭਰਾ ਰਹੇ ਨੇ ਦੁਬਾਰਾ ਕਿ ਤੁਸੀਂ 50 ਰੁਪਏ ਦਾ ਫਾਰਮ ਭਰੋ ਤੇ ਤੁਹਾਡਾ ਪਤਾ ਨਹੀਂ ਕੀ ਝੂਠਾ ਜਿਹਾ ਲਾ ਰਿਹਾ ਇੱਕ ਫੇਰ ਦੁਬਾਰਾ ਪਿਛਲੀ ਵਾਰ ਵਾਂਗੂ ਗੁੰਮਰਾਹ ਕਰ ਰਹੇ, ਜਿੱਦਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਫੜ ਕੇ। ਔਰ ਹੁਣ ਫੇਰ ਦੁਬਾਰਾ ਇਦਾਂ ਦੇ ਕੋਈ ਕਰਜ਼ਾ ਮਾਫੀ ਦਾ ਲਾਰਾ ਲਾ ਰਹੇ ਆ। ਪਰ ਜਿਹੜੀਆਂ ਤੁਸੀਂ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ, ਉਹ ਕਿਹੜੇ ਘਰ ਘਰ ਨੌਕਰੀ ਦਿੱਤੀ ਆ?
ਜਿਹੜੇ ਕਰੋਨਾ ਦੇ ਵਿੱਚ ਸਾਡੇ ਵਲੰਟੀਅਰ ਆਏ ਸੀ ਸੇਵਾ ਕਰਨ ਵਾਸਤੇ 36000 ਮੁਲਾਜ਼ਮ, ਉਹਨਾਂ ਨੂੰ ਕਿਉਂ ਨਹੀਂ ਪੱਕੀਆਂ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਜਾਨ ਹਥੇਲੀ ਤੇ ਰੱਖ ਕੇ ਸੇਵਾ ਕੀਤੀ ਸੀ? ਇਹ ਕਿਹੜੇ ਡਿਵੈਲਪਮੈਂਟ ਦੀ ਗੱਲ ਕਰਦੇ ਆ? ਕਿਤੇ ਜਾ ਕੇ ਲੋਕਾਂ ਨੂੰ ਜਵਾਬ ਤੇ ਦੇਣ। ਇੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪੰਜਾਬ ਟੂਡੇ ਚੈਨਲ ਨੂੰ ਟਾਈਮ ਦਿੱਤਾ।